ਵਾਹਿਗੁਰੂ। ਗੁਰੂ ਨਾਨਕ ਦੇ ਆਦਨੇ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਧਨਾ सिख मत सब बुद्ध तुम्हारी मंदिर शावा तेरे तुझ बिन अबर न जाना मेरे साहिबा गुण गावा तेरे जी जंत सब सरन तुम्हारी सर्व चिंत तुद पासे जो तुद भावै सोई चंगा एक नानक की अरदासे सतगुर आयो शरण तुहारी मिलै सूख नाम हर शोभा चिंता लहे हमारी सगल द्वार को छाड़ के कहो तुहारो द्वार बाहे कहे की लाज यस गोविंद दास तुहार गोपाल तेरा आरता गोपाल तेरा आरता जो जन तुमरी भगत करंते तिनके काज सवारता जो जन तुमरी भगत करंते तिनके काज सवारता जो
जन तुमरी भगत करते तिनके काज सवारता। जो जन तुमरी भगत करते तिनके काज सवारता। जो जन तुमरी भगत करते तिनके काज सवारता। जो जन तुमरी भगत करते तिनके काज सवारता। जो जन तुमरी भगत करते तिनके काज सवारता। जो जन तुमरी भगत करते तिनके काज सवारता। काज सवारता। तिनके काज सवारता। जो जन तुमरी भगत करते 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 तिनके काज सवारता। पाल तेरा यादता गोपाल तेरा यादता। गोपाल तेरा वारता। गोपाल तेरा वारता। गोपाल तेरा आरता। गोपाल तेरा आरता। जो जन तुमरी भगत करते जो जन तुमरी भगत करते। भगत करते जो जन तुमरी भगत करते तिनके काज सवारता। 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 वाहेगुरु 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 वाहेगुरु। जपो वाहेगुरु 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 वाहेगुरु
ਜਾਚਕ ਮੰਗੈ ਦਾਨ ਜਾਚਕ ਮੰਗੈ ਦਾਨ ਜੀ ਜਾਚਕ ਮੰਗੈ ਦਾਨ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਹ ਪਿਆਰਿਆ ਦੇਹ ਪਿਆਰਿਆ ਓ ਜਾਚਕ ਮੰਗੈ ਦਾਨ ਜਾਚਕ ਮੰਗੈ ਦਾਨ ਦੇਹ ਪਿਆਰਿਆ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਹ ਪਿਆਰਿਆ ਜਾਚਕ ਮੰਗੈ ਦੇਵਨਹਾਰ ਦਾਤਾ ਦੇਵਨਹਾਰ ਦਾਤਾ ਮੈਂ ਨਿਤ ਚਿਤਾਰਿਆ ਦੇਵਨਹਾਰ ਦਾਤਾ ਨਿਤ ਚਿਤਾਰਿਆ ਨਿਤ ਚਿਤਾਰਿਆ ਦੇਵਨਹਾਰ ਦਾਤਾ ਖੁੱਟ ਨ ਜਾਈ ਖੁੱਟ ਨ ਜਾਈ ਅਤੁਲ ਪਟਾਰਿਆ ਖੁੱਟ ਨ ਜਾਈ ਅਤੁਲ ਪਟਾਰਿਆ ਅਤੁਲ ਪਟਾਰਿਆ ਖੁੱਟ ਨ ਜਾਈ ਨਾਨਕ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ ਨਾਨਕ ਸ਼ਬਦ ਅਪਾਰ ਸਭ ਕਿਛ ਸਾਰਿਆ ਤਿਨ ਸਭ ਕਿਛ ਸਾਰਿਆ ਨਾਨਕ ਸ਼ਬਦ ਅਪਾਰ ਜਾਚਕ ਮੰਗੈ ਦਾਨ ਜਾਚਕ ਮੰਗੈ ਦਾਨ ਦੇਹ ਪਿਆਰਿਆ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਹ ਪਿਆਰਿਆ ਜਾਚਕ ਮੰਗੈ ਦੇਹ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਓ ਕੁਝ ਘੜੀਆਂ ਪ੍ਰਾਪਤ ਹੋਈਆਂ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਜੁੜਿਆ।
ਲੱਖ ਖੁਸ਼ੀਆਂ ਬਾਦਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਸਤਿਗੁਰੂ ਜੀ ਦੇ ਦਰ ਤੋਂ ਹਰ ਕੋਈ ਸੁੱਖ ਮੰਗਦਾ ਹੈ। ਸਭ ਤੋਂ ਪਹਿਲਾਂ ਉਹ ਫਤਿਹ ਦੀ ਸਾਂਝ ਪਾਈਏ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਜ਼ਰੂਰੀ ਹੈ। ਮਨ ਦੀ ਇਕਾਗਰਤਾ ਵਾਸਤੇ, ਰਸਨਾ ਦੀ ਸਫਲਤਾ ਵਾਸਤੇ ਫਤਿਹ ਦੀ ਸਾਂਝ ਪਾਓ। ਜਿੰਨੀਆਂ ਵੀ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਚਰਨਾਂ ਦੇ ਵਿੱਚ ਜੁੜੀਆਂ, ਫਤਿਹ ਸਾਂਝ ਪਾਓ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਪਰਿਵਾਰ ਤੇ। ਖੁਸ਼ੀਆਂ ਦੇ ਵਿੱਚ ਯਾਦ ਕੀਤਾ। ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਗੱਲ ਸੱਚੀ ਹੈ ਗੁਰਮੁਖੋ। ਜਿਨ੍ਹਾਂ ਜਿਨ੍ਹਾਂ ਨੇ ਉਸ ਰੱਬ ਨੂੰ, ਉਸ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਵਾਹਿਗੁਰੂ ਨੂੰ ਯਾਦ ਕੀਤਾ ਹੈ, ਉਸ ਦੇ ਕਾਜ ਸਵਾਰੇ ਨੇ ਸਤਿਗੁਰਾਂ ਨੇ। ਅਕਾਲ ਪੁਰਖ ਨੇ, ਵਾਹਿਗੁਰੂ ਨੇ, ਪ੍ਰਮਾਤਮਾ ਨੇ ਉਹਨਾਂ ਦੇ ਕਾਜ ਸਵਾਰੇ ਹੈ। ਇੱਕ ਨਹੀਂ ਅਨੇਕਾਂ ਇਹੋ ਜਿਹੇ ਪ੍ਰਮਾਣ ਮਿਲ ਜਾਣਗੇ। ਧਿਆਨ ਨਾਲ ਸੁਣਿਓ। ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਜੋ ਇੱਧਰ ਉੱਧਰ ਸੰਗਤਾਂ ਬੈਠੀਆਂ ਨੇ, ਆ ਕੇ ਗੁਰੂ ਕੇ ਦਰਬਾਰ ਵਿੱਚ ਬੈਠੋ, ਜੁੜੋ। ਥੋੜਾ ਸਮਾਂ ਆਪਾਂ ਨੇ ਲਾਉਣਾ ਹੈ। ਕੀ ਪਤਾ ਕਦੋਂ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ। ਸੁਣਿਆ ਤੋਂ ਹੀ ਕਿਰਪਾ ਹੁੰਦੀ ਹੈ। ਜੇ ਸੁਣਦੇ ਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣ ਕੇ ਸਿੱਧ ਬਣ ਜਾਂਦਾ, ਸੁਣ ਕੇ ਪੀਰ ਬਣ ਜਾਂਦਾ, ਸੁਣ ਕੇ ਨਾਥ ਬਣ ਜਾਂਦਾ। ਸੁਣ ਕੇ ਬਣੇ ਨੇ ਸਾਰੇ। ਆਪਾਂ ਸਿੱਧਾਂ ਨੂੰ ਮੰਨਦੇ ਆ, ਆਪਾਂ ਪੀਰਾਂ ਨੂੰ ਮੰਨਦੇ ਆ, ਆਪਾਂ ਰਿਸ਼ੀਆਂ ਮੁਨੀਆਂ ਨੂੰ ਮੰਨਦੇ ਆ, ਪਰ ਉਹ ਬਣੇ ਕਿਵੇਂ ਨੇ? ਸੁਣ ਕੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਚਾਰ ਪੌੜੀਆਂ ਸੁਣਨ ਦੀਆਂ ਗੁਰੂ ਸਾਹਿਬ ਨੇ ਉਚਾਰਨ ਕੀਤੀਆਂ ਨੇ ਜਪਜੀ ਸਾਹਿਬ ਦੇ ਵਿੱਚ। ਗੱਲ ਸੀ ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਯਾਦ ਕੀਤਾ, ਵਾਹਿਗੁਰੂ ਨੂੰ ਯਾਦ ਕੀਤਾ, ਰੱਬ ਨੂੰ ਯਾਦ ਕੀਤਾ, ਜਿਨ੍ਹਾਂ ਨੇ ਅਕਾਲ ਪੁਰਖ ਨੂੰ ਯਾਦ ਕੀਤਾ, ਉਹਨਾਂ ਦੇ ਕਾਰਜ ਸੱਚਮੁੱਚ ਸਤਿਗੁਰਾਂ ਨੇ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਕਾਰਜ ਰਸ ਕਰ ਦਿੱਤੇ। ਇੱਕ ਨਹੀਂ, ਤੁਹਾਨੂੰ ਅਨੇਕਾਂ ਪ੍ਰਮਾਣ ਇਹੋ ਜਿਹੇ ਮਿਲ ਜਾਣਗੇ। ਭਗਤ ਧੰਨਾ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਸੈਨ ਨਾਈ ਜੀ ਦੇ ਕਾਰਜ ਸਵਾਰੇ, ਭਗਤ ਕਬੀਰ ਜੀ ਦੇ ਕਾਰਜ ਸਵਾਰੇ, ਭਗਤ ਧਰੂੰ ਵਰਗਿਆਂ ਦੀ ਲੱਜਾ ਰੱਖੀ, ਭਗਤ ਪ੍ਰਹਿਲਾਦ ਵਰਗਿਆਂ ਦੀ ਲੱਜਾ ਰੱਖੀ, ਉਹਨਾਂ ਦੇ ਕਾਰਜ ਸਵਾਰੇ। ਫਿਰ ਸਾਡੇ ਕਿਉਂ ਨਹੀਂ ਸਤਿਗੁਰੂ ਜੀ ਸਵਾਰਨਗੇ? ਗੱਲ ਹੈ ਵਿਸ਼ਵਾਸ ਦੀ, ਗੱਲ ਹੈ ਯਕੀਨ ਦੀ, ਗੱਲ ਹੈ ਭਰੋਸੇ ਦੀ। ਭਗਤ ਧੰਨਾ ਜੀ ਦਾ ਇਤਿਹਾਸ ਪੜ੍ਹੋ। ਭਗਤ ਧੰਨਾ ਜੀ ਨੇ ਯਾਦ ਕੀਤਾ ਤੇ ਆ ਕੇ ਉਹਦੇ ਕਾਰਜ ਕੰਮ ਜਿਹੜੇ ਸੀ, ਇੱਥੋਂ ਤੱਕ ਵੀ ਲਿਖਿਆ, ਕਹਿੰਦੇ ਗਊਆਂ ਜਾ ਰਹੀਆਂ ਭਗਤ ਧੰਨੇ ਦੀਆਂ, ਭਗਤ ਧੰਨਾ ਜੀ ਦੀਆਂ ਗਊਆਂ ਚਾਰੀਆਂ। ਇਸੇ ਤਰ੍ਹਾਂ ਭਗਤ ਨਾਮਦੇਵ ਦੀ ਛੱਪਰੀ ਬਣਾਈ, ਉਹਦੇ ਵੀ ਕਾਰਜ ਕੀਤੇ। ਇਹ ਵੀ ਇੱਕ ਕਾਰਜ ਹੁੰਦਾ, ਘਰ ਬਣਾਉਣਾ, ਇਹ ਵੀ ਇੱਕ ਕੰਮ ਹੁੰਦਾ ਆਪਣਾ ਮੇਨ ਜ਼ਿੰਦਗੀ ਦੇ ਵਿੱਚ।
ਘਰ ਬਣਾਉਣਾ ਇਹ ਵੀ ਇੱਕ ਕਾਰਜ ਹੁੰਦਾ, ਮੇਨ ਕੰਮ ਹੁੰਦਾ। ਭਗਤ ਧੰਨਾ ਜੀ ਦੇ ਗਊਆਂ ਚਾਰੀਆਂ ਔਰ ਭਗਤ ਨਾਮਦੇਵ ਦੀ ਛਪਰੀ ਬਣਾਈ। ਮਹਾਂਪੁਰਖ ਰਾੜੇ ਵਾਲੇ ਮਹਾਂਪੁਰਖ ਪੜ੍ਹਦੇ ਹੁੰਦੇ ਸਨ, ਉਹ ਆਪਾਂ ਵੀ ਪੜ੍ਹ ਲਈਏ। ਪੜ੍ਹਿਓ ਸਾਰੇ ਗੱਜ ਕੇ। ਓਏ ਨਾਮਦੇਵ ਦੀ ਬਣਾਈ ਛਪਰੀ, ਧੰਨੇ ਦੀਆਂ ਗਊਆਂ ਚਾਰੀਆਂ। ਨਾਮਦੇਵ ਦੀ ਬਣਾਈ ਛਪਰੀ, ਧੰਨੇ ਦੀਆਂ ਗਊਆਂ ਚਾਰੀਆਂ। ਤਨੇ ਦੀਆਂ ਗਊਆਂ ਚਾਰੀਆਂ। ਨਾਮਦੇਵ ਦੀ ਬਣਾ ਦਿੱਤੀ ਛਪਰੀ, ਤਨੇ ਦੀਆਂ ਗਊਆਂ ਚਾਰੀਆਂ।
ਨਾਮਦੇਵ ਦੀ ਬਣਾਈ ਛਪਰੀ, ਧੰਨੇ ਦੀਆਂ ਗਊਆਂ ਚਾਰੀਆਂ। ਧੰਨੇ ਦੀਆਂ ਇਹ ਸੱਚ ਹੈ ਕਿ ਗਊਆਂ ਚਾਰੀਆਂ ਤੇ ਨਾਮਦੇਵ ਦੀ ਛਪਰੀ ਬਣਾਈ। ਅਜਿਹੇ ਸਿੱਖ ਬਹੁਤ ਨੇ, ਆਪਾਂ ਰੋਜ਼ ਪੜ੍ਹਦੇ ਆਂ, ਹਰ ਰੋਜ਼ ਪੜ੍ਹਦੇ ਆਂ। ਰਹਿਰਾਸ ਸਾਹਿਬ ਦੇ ਵਿੱਚ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹਨਾਂ ਦੀ ਪੈਜ ਰੱਖੀ ਹੈ, ਭਗਤ ਕਬੀਰ ਵਰਗਿਆਂ ਦੀ, ਭਗਤ ਫਰੀਦ ਵਰਗਿਆਂ ਦੀ ਲਾਜ ਰੱਖੀ ਹੈ, ਲੱਜਾ ਰੱਖੀ ਹੈ। ਇਸੇ ਤਰ੍ਹਾਂ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦੀ ਹੈ ਸੱਚੇ ਪਾਤਸ਼ਾਹ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਵਾ ਤੇਰੇ, ਸਭ ਕੁਝ ਤੇਰਾ ਸਤਿਗੁਰੂ ਜੀ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ। ਸੱਚੇ ਪਾਤਸ਼ਾਹ ਸਭ ਕੁਝ ਹੀ ਤੇਰਾ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਮੇਰਾ ਕੀ ਹੈ ਇੱਥੇ, ਮੇਰਾ ਕੁਛ ਵੀ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਸਭ ਕੁਝ ਹੀ ਤੇਰਾ ਹੈ। ਅਜਿਹੇ ਅਨੰਨ ਸੇਵਕ ਹੋਏ, ਐਸੇ ਸਿੱਖ ਹੋਏ ਜਿਨ੍ਹਾਂ ਨੇ ਸਿਮਰਨ ਕਰਕੇ, ਸੇਵਾ ਕਰਕੇ, ਗੁਰੂ ਘਰ ਦੀ ਸੇਵਾ ਕਰਕੇ ਵਡਿਆਈ ਪ੍ਰਾਪਤ ਕੀਤੀ ਤੇ ਆਪਣਾ ਲੋਕ ਤੇ ਪਰਲੋਕ ਸਵਾਰਿਆ, ਆਪਣਾ ਜਨਮ ਸਫਲਾ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਿੰਨ ਪ੍ਰਕਾਰ ਦੇ ਸੰਸਾਰ ਦੇ ਬੰਦਿਆਂ ਨੂੰ, ਉਹਨਾਂ ਦੀ ਮਾਵਾਂ ਨੂੰ ਧੰਨ ਆਖਿਆ। ਕਹਿੰਦੇ ਜੇ ਮਾਂ ਨੇ ਪੁੱਤਰ ਪੈਦਾ ਕਰਨਾ ਤਾਂ ਜਾਂ ਤਾਂ ਉਹ ਸੂਰਮਾ ਹੋਵੇ, ਜਾਂ ਭਗਤ ਹੋਵੇ, ਜਾਂ ਦਾਨੀ ਹੋਵੇ। ਇਹ ਤਿੰਨ ਜਣਿਆਂ ਦੇ ਨਾਮ ਰਹਿੰਦੇ ਨੇ ਸੰਸਾਰ ਤੇ। ਗੁਰਬਾਣੀ ਵਿੱਚ ਵੀ ਕਿਹਾ, ਧੰਨ ਜਨੇਂਦੀ ਮਾਓ ਆਏ ਸਫਲ ਸੇ। ਨਸ਼ੇੜੀਆਂ ਦੀ ਮਾਵਾਂ ਨੂੰ ਧੰਨ ਨਹੀਂ ਕਿਹਾ। ਗਲਤ ਰਾਹ ਤੇ ਤੁਰਨ ਵਾਲੇ ਜਿਹੜੇ ਨੇ, ਚੋਰੀਆਂ ਕਰਦੇ ਆ, ਠੱਗੀਆਂ ਕਰਦੇ ਆ, ਯਾਰੀਆਂ ਕਰਦੇ ਆ, ਕਹਿੰਦੇ ਉਹਨਾਂ ਦੀਆਂ ਮਾਵਾਂ ਨੂੰ ਧੰਨ ਨਹੀਂ ਕਿਹਾ। ਧੰਨ ਜਨੇਂਦੀ ਮਾਓ ਆਏ ਸਫਲ ਸੇ। ਉਹਨਾਂ ਦੀਆਂ ਮਾਵਾਂ ਧੰਨਤਾ ਦੇ ਯੋਗ ਨੇ, ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੀ ਔਲਾਦ ਜਾਂ ਸੂਰਮਾ ਹੋਵੇ, ਜਾਂ ਧਰਮੀ ਹੋਵੇ, ਦਾਨੀ ਹੋਵੇ, ਨਾਮ ਜਪਣ ਵਾਲੇ। ਔਰ ਭਗਤ, ਸੂਰਮਾ, ਦਾਨੀ, ਇਹ ਤਿੰਨ ਪ੍ਰਕਾਰ ਦੇ ਕਹਿੰਦੇ ਸੰਸਾਰ ਤੇ ਸਫਲ ਨੇ। ਹੁਣ ਅਜਿਹੇ ਸਿੱਖ ਅਨੇਕਾਂ ਹੋਏ ਜਿਨ੍ਹਾਂ ਨੇ ਬੰਦਗੀ ਕਰਕੇ, ਨਾਮ ਜਪ ਕੇ, ਸੇਵਾ ਸਿਮਰਨ ਕਰਕੇ ਵਡਿਆਈ ਪ੍ਰਾਪਤ ਕੀਤੀ, ਆਪਣਾ ਲੋਕ ਔਰ ਪਰਲੋਕ ਸਵਾਰਿਆ, ਆਪਣਾ ਜਨਮ ਸਫਲਾ ਕੀਤਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਇੱਕ ਬਚਨ ਕੀਤਾ ਹੈ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਜਦੋਂ ਇਹ ਸ਼ਬਦ ਬਈ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋ ਸਕਦਾ, ਇਹ ਸ਼ਬਦ ਜਦੋਂ ਭਾਈ ਅਮਰੂ ਜੀ ਨੇ ਸੁਣਿਆ, ਪਹਿਲਾਂ ਕਹਿੰਦੇ ਤਕਰੀਬਨ 60 ਸਾਲ ਦੀ ਉਮਰ ਹੋ ਗਈ, ਕਈਆਂ ਦੀ ਸਾਰੀ ਉਮਰ ਲੰਘ ਜਾਂਦੀ ਹੈ। ਇੱਕ ਨਾਲ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਇੱਕ ਸਮਝ ਆਉਂਦੇ ਨੇ, ਕੋਈ ਬਚਪਨ ਵਿੱਚ ਸਮਝ ਗਿਆ, ਧਰੋਂ ਵਰਗੇ 6 ਸਾਲ ਦੀ ਉਮਰ ਵਿੱਚ ਹੀ ਸਮਝ ਗਏ। ਕਈਆਂ ਨੇ ਜਵਾਨੀ ਲੇਖੇ ਲਾ ਦਿੱਤੀ। ਕਹਿੰਦੇ ਨੇ ਜ਼ਿੰਦਗੀ ਜਿਹੜੀ ਸੀ, ਜੀਵਨ ਜਿਹੜਾ ਸੀ, ਸਾਰਾ ਗੁਰੂ ਕੇ ਲੇਖੇ, ਪ੍ਰਮਾਤਮਾ ਦੇ ਲੇਖੇ ਲਾ ਦਿੱਤਾ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਜੋਬਨ ਜਾਂਦਾ ਭਾਵੇਂ ਜਾਵੇ,
ਪਰ ਭਗਤ ਫਰੀਦ ਵਰਗੇ ਭਗਤ ਕਬੀਰ ਵਰਗਿਆਂ ਨੇ ਆਹ ਗੱਲ ਕਹਿ ਦਿੱਤੀ, ਓਏ ਜਵਾਨੀ ਜਾਂਦੀ ਆ ਚਲੀ ਜਾਵੇ ਮੇਰਾ, ਰੱਬ ਨਾਲੋਂ ਪ੍ਰੇਮ ਨਾ ਟੁੱਟੇ ਜੋ ਬਣ ਜਾਂਦੇ ਨਾ ਡਰਾਂ ਜੈਸੇ ਪ੍ਰੀਤ ਨਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਓਏ ਡਰ ਨਹੀਂ ਓ ਜਾਂਦੇ ਜੋ ਬਣਦਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਟੁੱਟੇ ਨਾ ਪ੍ਰੀਤਮ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਟੁੱਟੇ ਨਾ ਪ੍ਰੀਤਮ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਡਰ ਨਹੀਂ ਓ ਜਾਂਦੇ ਜੋ ਬਣਦਾ। ਡਰ ਨਹੀਂ ਓ ਜਾਂਦੇ ਜੋ ਬਣਦਾ। ਵਾਹ 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 ਵਾਹ, ਡਰ ਨਹੀਂ ਓ ਜਾਂਦੇ ਜੋ ਬਣਦਾ। ਵਾਹ 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 ਵਾਹ, ਡਰ ਨਹੀਂ ਓ ਜਾਂਦੇ ਜੋ ਬਣਦਾ। ਬਾਬਾ ਡਰ ਨਹੀਂ ਓ ਜਾਂਦੇ ਜੋ ਬਣਦਾ। ਬਾਬਾ ਡਰ ਨਹੀਂ ਓ ਜਾਂਦੇ ਜੋ ਬਣਦਾ। ਬਾਬਾ ਬਾਬਾ ਡਰ ਨਹੀਂ ਓ ਜਾਂਦੇ ਜੋ ਬਣਦਾ। ਬਾਬਾ ਬਾਬਾ ਡਰ ਨਹੀਂ ਓ ਜਾਂਦੇ ਜੋ ਬਣਦਾ। ਵਾਹ ਵਾਹ ਵਾਹ, ਡਰ ਨਹੀਂ ਓ ਜਾਂਦੇ ਜੋ ਬਣਦਾ। ਵਾਹ 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 ਵਾਹ, ਡਰ ਨਹੀਂ ਓ ਜਾਂਦੇ ਜੋ ਬਣਦਾ। ਬਾਬਾ ਡਰ ਨਹੀਂ ਓ ਜਾਂਦੇ ਜੋ ਬਣਦਾ। ਬਾਬਾ ਡਰ ਨਹੀਂ ਓ ਜਾਂਦੇ ਜੋ ਬਣਦਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਮੇਰੇ ਟੁੱਟੇ ਨਾ ਪ੍ਰੀਤੀ ਰੱਬ ਨਾਲੋਂ, ਡਰ ਨਹੀਂ ਓ ਜਾਂਦੇ ਜੋ ਬਣਦਾ। ਜੋ ਬਣ ਜਾਂਦੇ ਨਾ ਡਰਾਂ ਜੈਸੇ ਪ੍ਰੀਤ ਨਾ ਜਾਏ। ਕਹਿੰਦੇ ਜੋਬਨ ਦੀ ਗੱਲ ਕਿਹੜੀ ਹੈ ਗੁਰਮਖੋ, ਉਹਨਾਂ ਨੇ ਤੇ ਆਪਣੀ ਸਾਰੀ ਜ਼ਿੰਦਗੀ ਵਾਰ ਦਿੱਤੀ। ਭਗਤ ਫਰੀਦ ਦੀ ਮਾਂ ਦੇ ਸਹਾਰੇ ਹੁੰਦਾ ਔਲਾਦ ਨੂੰ ਰੱਬ ਦੇ ਰਸਤੇ ਪਾਉਣਾ, ਭਗਤ ਬਣਾਉਣਾ ਜਾਂ ਦਾਨੀ ਬਣਾਉਣਾ ਜਾਂ ਸੂਰਮਾ ਬਣਾਉਣਾ, ਇਹ ਮਾਂ ਦੇ ਪੱਖ ਵਿੱਚ ਆਇਆ ਹੈ। ਭਗਤ ਫਰੀਦ ਜੀ ਨਾ ਛੋਟੇ ਹੁੰਦੇ ਆ, ਇਹ ਲਗਨ ਹੌਲੀ ਹੌਲੀ ਲੱਗਦੀ ਹੈ ਜਿਹੜੀ ਨਾਮ ਦੀ ਲਗਨ ਹੈ ਨਾ, ਭਾਵੇਂ ਕਿਸੇ ਕਰਕੇ ਜੁੜ ਜੇ, ਕੋਈ ਧੀ ਪੁੱਤਰਾਂ ਕਰਕੇ ਜੁੜ ਗਿਆ, ਕੋਈ ਘਰ ਕਰਕੇ ਜੁੜ ਗਿਆ। ਪ੍ਰਮਾਤਮਾ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਘਰ ਸੋਹਣਾ ਬਣੇ, ਤਾਂ ਸੋਹਣਾ ਬਣ ਗਿਆ ਤੇ ਜੁੜ ਗਿਆ। ਮੇਰੀ ਰੱਬ ਨੇ ਪ੍ਰਮਾਤਮਾ ਨੇ ਸੁਣ ਲਈ। ਘਰ ਵਿੱਚ ਧੀ ਪੁੱਤਰ ਹੁੰਦੇ ਐ, ਅਰਦਾਸ ਕਰਦੇ ਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਔਲਾਦ ਬਖਸ਼ੋ। ਕਈ ਇਹਦੇ ਕਰਕੇ, ਕਈ ਦੁੱਖ ਕਰਕੇ, ਕਈ ਸੁੱਖ ਕਰਕੇ ਜੁੜ ਜਾਂਦੇ ਨੇ ਰੱਬ ਨਾਲ, ਪ੍ਰਮਾਤਮਾ ਨਾਲ। ਪਰ ਜੁੜੀਏ ਕਿਵੇਂ ਮਰਜ਼ੀ ਜੁੜੀਏ, ਨਹੀਂ ਜੁੜਦੇ ਨਾ ਪ੍ਰਮਾਤਮਾ ਜੋੜ ਲੈਂਦਾ ਹੈ। ਭਗਤ ਫਰੀਦ ਜੀ ਛੋਟੇ ਜਿਹੇ ਹੁੰਦੇ,
ਮਾਂ ਭਗਤੀ ਭਾਵ ਵਾਲੀ ਸੀ, ਸਿਮਰਨ ਕਰਨ ਵਾਲੀ ਸੀ। ਸਾਧੂਆਂ ਦੇ ਉਹਨੇ ਵਚਨ ਸੁਣੇ ਹੋਏ ਸਨ। ਭਗਤ ਫਰੀਦ ਜੀ ਜਦੋਂ ਉੱਠਦੇ ਨਾ ਮੰਜੇ ਤੋਂ ਸੌਂ ਕੇ, ਰਾਤ ਲੰਘ ਜਾਂਦੀ ਤੇ ਅੰਮ੍ਰਿਤ ਵੇਲੇ ਉੱਠਦੇ, ਜਦੋਂ ਸਵੇਰੇ ਉੱਠਦੇ ਤਾਂ ਭਗਤ ਫਰੀਦ ਜੀ ਦੀ ਮਾਂ ਕਹਿੰਦੀ, ਪੁੱਤਰ ਉੱਠ ਕੇ ਬੰਦਗੀ ਕਰੀਂਦੀ ਐ, ਸਿਮਰਨ ਕਰੀਂਦਾ, ਉੱਠ ਕੇ ਨਾਮ ਜਪੀਂਦਾ। ਹੁਣ ਜਿਵੇਂ ਅੱਜ ਕੱਲ ਦੇ ਪੜ੍ਹੇ ਲਿਖੇ ਨੇ, ਉਹ ਕਹਿੰਦੇ ਵੀ ਮਿਲਦਾ ਕੀ ਹੈ, ਫਿਰ ਸਵਾਲ ਵੀ ਇਹ ਪੈਦਾ ਹੁੰਦਾ ਵੀ ਮਿਲਦਾ ਕੀ ਹੈ, ਫਿਰ ਨਾਮ ਜਪ ਕੇ ਸਿਮਰਨ ਕਰਕੇ ਮਿਲਦਾ ਕੀ ਹੈ। ਇਹੀ ਸਵਾਲ ਭਗਤ ਫਰੀਦ ਜੀ ਨੇ ਕੀਤਾ, ਮਾਂ ਭਜਨ ਕਰਕੇ ਬੰਦਗੀ ਕਰਕੇ ਮਿਲੇਗਾ ਕੀ? ਮਾਂ ਨੇ ਕਿਹਾ, ਪੁੱਤਰ ਜਿਹੜਾ ਨਾਮ ਜਪਦਾ ਪ੍ਰਮਾਤਮਾ ਉਹਦੇ ਕਾਰਜ ਵੀ ਰਸ ਕਰ ਦਿੰਦਾ ਤੇ ਨਾਲ ਉਹਨੂੰ ਮਿੱਠੇ ਪਦਾਰਥ ਖਾਣ ਵਾਸਤੇ ਦਿੰਦਾ। ਮਿੱਠੇ ਕਹਿਣ ਲੱਗਾ, ਮਿੱਠੇ ਪਦਾਰਥ ਦਿੰਦਾ? ਹਾਂ, ਕਿਉਂਕਿ ਭਗਤ ਫਰੀਦ ਜੀ ਨੂੰ ਮਿੱਠਾ ਬੜਾ ਚੰਗਾ ਲੱਗਦਾ ਸੀ, ਤਾਂ ਕਰਕੇ ਮਾਂ ਨੇ ਕਿਹਾ ਮਿੱਠੇ ਪਦਾਰਥ ਦਿੰਦਾ। ਆਖਣ ਲੱਗਾ, ਚੰਗਾ ਮਾਤਾ ਜੀ, ਫਿਰ ਕੱਲ ਤੋਂ ਲੈ ਕੇ ਨਾਮ ਜਪਿਆ ਕਰਾਂਗਾ। ਦੂਸਰਾ ਦਿਨ ਹੋਇਆ, ਬਹਿ ਗਏ ਚੌਂਕੜਾ ਮਾਰ ਕੇ। ਭਗਤ ਫਰੀਦ ਜੀ ਥੋੜੇ ਸਮੇਂ ਬਾਅਦ ਜਿੰਨਾ ਕੁ ਅੱਖਾਂ ਮੀਟ ਕੇ ਬੱਚੇ ਜਿਵੇਂ ਆਮ ਬਹਿ ਜਾਂਦੇ ਆ, ਏਦਾਂ ਬਹਿ ਗਏ। ਸਿਮਰਨ ਕਰਕੇ ਅੱਖਾਂ ਮੀਟ ਕੇ ਬੈਠੇ ਰਹੇ। ਮਾਂ ਨੇ ਕੀ ਕੀਤਾ ਨਾ, ਸਿਰਹਾਣੇ ਥੱਲੇ ਸ਼ੱਕਰ ਦੀ ਪੁੜੀ ਰੱਖ ਦਿੱਤੀ। ਸ਼ੱਕਰ ਦੀ ਪੁੜੀ ਰੱਖ ਕੇ ਆ ਪਰਾਂ ਕੰਮ ਕਰਨ ਲੱਗ ਪਈ। ਜਦੋਂ ਅੱਖਾਂ ਖੋਲੀਆਂ, ਮਾਂ ਨੇ ਕਿਹਾ ਸੀ ਕਿ ਜਦੋਂ ਸਿਮਰਨ ਕਰਨਾ, ਸਿਮਰਨ ਕਰਨ ਤੋਂ ਬਾਅਦ ਆਪਣੇ ਸਿਰਹਾਣੇ ਵੇਖੀ ਤੋਂ ਤੈਨੂੰ ਮਿੱਠਾ ਪਦਾਰਥ ਮਿਲੇਗਾ ਛਕਣ ਵਾਸਤੇ। ਤਾਂ ਕੀ ਵੇਖਿਆ ਕਿ ਸ਼ੱਕਰ ਹੈ। ਸ਼ੱਕਰ ਵੇਖ ਕੇ ਖੁਸ਼ ਹੋ ਗਏ। ਸ਼ੱਕਰ ਛਕੀ, ਰੋਜ਼ ਹੁਣ ਸੁਭਾਅ ਪੈ ਗਿਆ, ਰੋਜ਼ ਹਰ ਰੋਜ਼ ਉਹ ਸ਼ੱਕਰ ਦੇ ਕਰਕੇ ਜੁੜ ਗਏ, ਮਿੱਠੇ ਕਰਕੇ ਜੁੜ ਗਏ। ਜੁੜੋ ਭਾਵੇਂ ਕਿਵੇਂ ਮਰਜ਼ੀ ਜੁੜੇ, ਕੋਈ ਜੋੜਨਾ ਬੜਾ ਵੱਡਾ ਪੁੰਨ ਹੈ ਤੇ ਤੋੜਨਾ ਬੜਾ ਵੱਡਾ ਪਾਪ ਹੈ। ਜਿਹੜਾ ਰੱਬ ਨਾਲੋਂ ਤੋੜ ਦਿੰਦਾ ਉਹਦੇ ਵਰਗਾ ਕੋਈ ਪਾਪ ਨਹੀਂ। ਇਹਨਾਂ ਨੇ ਗੁਰੂ ਘਰ ਨਾਲ ਜੋੜਿਆ, ਉਹਨਾਂ ਦਾ ਬੜਾ ਸਤਿਕਾਰ ਹੈ। ਸੰਗਤ ਨੇ ਉਹਨਾਂ ਨੂੰ ਸਿਰ ਉੱਪਰ ਬਹਾਇਆ। ਔਰ ਜਿਨ੍ਹਾਂ ਨੇ ਤੋੜਿਆ, ਕਹਿੰਦੇ ਨੇ ਇਹ ਛੋਟਾ ਜਿਹਾ ਪ੍ਰਮਾਣ ਇੱਕ ਮਹਾਂਪੁਰਖ ਵੀ ਦਿੰਦੇ ਹੁੰਦੇ ਸਨ। ਧਿਆਨ ਨਾਲ ਸੁਣਿਓ, ਇਹ ਮਹਾਂਪੁਰਖਾਂ ਦੀਆਂ ਗੱਲਾਂ ਨੇ, ਬਹੁਤ ਕੀਮਤੀ ਗੱਲਾਂ ਮਹਾਂਪੁਰਖਾਂ ਦੀਆਂ। ਆਮ ਆਪਾਂ ਨੂੰ ਦੁਨੀਆ ਤੋਂ ਸੁਣਨ ਵਾਸਤੇ ਨਹੀਂ ਮਿਲਣਗੀਆਂ। ਮਹਾਂਪੁਰਖ ਕਹਿੰਦੇ ਹੁੰਦੇ, ਕਹਿੰਦੇ ਇੱਕ ਟੇਲਰ ਵੇਖੋ, ਦਰਜੀ ਵੇਖੋ, ਉਹ ਤੋਂ ਅਕਲ ਲਓ। ਕਾਦੀ ਸਿੱਖਿਆ, ਕਾਦੀ ਅਕਲ? ਕਿ ਟੇਲਰ ਲਵੇ ਤੁਸੀਂ ਚਲੇ ਜਾਓ। ਜਿਹੜਾ ਪੱਗ ਬੰਨ੍ਹਦਾ ਨਾ ਟੇਲਰ, ਕੋਈ ਜਿਹੜੀ ਕੈਂਚੀ ਹੁੰਦੀ ਹੈ ਨਾ, ਕੈਂਚੀ ਉਹ ਕੀ ਕਰਦੀ ਹੈ? ਤੋੜਦੀ ਹੈ, ਪਾੜਦੀ ਹੈ ਕੱਪੜੇ ਨੂੰ। ਤੇ ਕੈਂਚੀ ਕਦੇ ਸੰਭਾਲ ਕੇ ਨਹੀਂ ਰੱਖੇਗਾ ਟੇਲਰ, ਉਹ ਪੈਰਾਂ ਵਿੱਚ ਹੀ ਲੱਭਦੀ ਹੈ, ਵੀ ਲੱਭਣੀ ਪੈਂਦੀ ਹੈ ਉਹਨੂੰ ਵੀ ਕਿੱਥੇ ਪਈ ਹੈ, ਪੈਰਾਂ ਵਿੱਚੋਂ। ਤੇ ਸੂਈ ਜਿਹੜੀ ਹੈ ਨਾ, ਉਹ ਜੋੜਦੀ ਹੈ। ਸੂਈ ਵੇਖੋ, ਟੇਲਰ ਜਿਹੜਾ ਨਾ ਪੱਗ ਬੰਨ੍ਹਦਾ, ਉਹ ਪੱਗ ਦੇ ਵਿੱਚ ਚੁਬੋ ਕੇ ਰੱਖਦਾ। ਤੁਸੀਂ ਆਮ ਕਰਕੇ ਵੇਖੋ, ਜਿਹੜਾ ਪੱਗ ਬੰਨਣ ਵਾਲਾ ਟੇਲਰ ਹੈ ਨਾ, ਸੂਈ ਉਹਦੇ ਪੱਗ ਦੇ ਵਿੱਚ ਹੋਏਗੀ। ਦੇਖੋ ਕਿੱਡਾ ਵੱਡਾ ਸਤਿਕਾਰ ਲੈ ਲਿਆ ਜਿਹੜਾ ਜੋੜਨ ਵਾਲਾ ਸੀ। ਸਿਰ ਸਭ ਤੋਂ ਆਪਾਂ ਉੱਚੀ ਅਮਾਨਤ ਮੰਨਦੇ ਹਾਂ ਸਰੀਰ ਦੀ। ਸਿਰ ਤੇ ਉਹਨੇ ਥਾਂ ਲੈ ਲਿਆ, ਇੰਨਾ ਉੱਚਾ ਰੁਤਬਾ ਹੋ ਗਿਆ ਸੂਈ ਦਾ, ਜੋੜਨ ਵਾਲੇ ਦਾ। ਤੋੜਨ ਵਾਲੇ ਦਾ ਪੈਰਾਂ ਵਿੱਚ ਰੁਲ ਰਿਹਾ ਹੈ, ਕੈਂਚੀ ਪੈਰਾਂ ਵਿੱਚ ਰੁਲ ਰਹੀ ਹੈ। ਮਾਂ ਨੇ ਜੋੜਿਆ ਤੇ ਕਹਿੰਦੇ ਨੇ
ਉਸੇ ਦਿਨ ਤੋਂ ਕਹਿੰਦੇ ਭਗਤ ਫਰੀਦ ਜੀ ਰੋਜ਼ ਚੌਂਕੜਾ ਮਾਰਿਆ ਕਰਨ, ਨਾਮ ਜਪਿਆ ਕਰਨ, ਸਿਮਰਨ ਕਰਿਆ ਕਰਨ। ਇੱਕ ਦਿਨ ਦੀ ਗੱਲ ਹੈ, ਕਹਿੰਦੇ ਮਾਂ ਰੱਖਣਾ ਭੁੱਲ ਗਈ, ਮਾਂ ਸ਼ੱਕਰ ਰੱਖਣਾ ਭੁੱਲ ਗਈ। ਕਹਿੰਦੇ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਕਾਹਦੇ ਕਰਕੇ ਸੀ? ਕੇਵਲ ਉਹ ਪੁੜੀ ਕਰਕੇ, ਮਿੱਠੇ ਕਰਕੇ। ਪਰ ਰੱਬ ਦਾ ਵੀ ਫਿਰ ਧਿਆਨ ਹੋ ਗਿਆ ਵੀ ਇਹ ਬੰਦਗੀ ਕਰਦਾ, ਸਿਮਰਨ ਕਰਦਾ, ਜੁੜੋ ਭਾਵੇਂ ਕਿਵੇਂ ਮਰਜੀ, ਪਰ ਪ੍ਰਮਾਤਮਾ ਉਹਦੀ ਭਗਤੀ ਮਨਜ਼ੂਰ ਕਰ ਲੈਂਦਾ, ਉਹਦੀ ਬੰਦਗੀ, ਉਹਦੀ ਸ਼ਰਧਾ ਕਬੂਲ ਕਰ ਲੈਂਦਾ, ਜਿਹੜਾ ਭਾਵੇਂ ਕਿਸੇ ਮਰਜ਼ੀ ਕਰਕੇ ਜੁੜਿਆ, ਭਾਵੇਂ ਪੁੱਤਰ ਕਰਕੇ ਜੁੜ ਜਾਓ, ਭਾਵੇਂ ਧੀ ਕਰਕੇ ਜੁੜ ਜਾਓ। ਇੱਕ ਦਿਨ ਕਹਿੰਦੇ ਪੁੜੀ ਰੱਖਣਾ ਭੁੱਲ ਗਈ, ਪ੍ਰਮਾਤਮਾ ਨੇ ਖੁਦ ਆਪ ਆ ਕੇ ਰੱਖ ਦਿੱਤੀ ਉਸੇ ਜਗ੍ਹਾ ਤੇ, ਵੀ ਕਿਤੇ ਇਹਦੀ ਸ਼ਰਧਾ ਭੰਗ ਨਾ ਹੋ ਜਾਵੇ। ਮਾਂ ਜਦੋਂ ਵੇਖਿਆ, ਮਾਂ ਨੇ ਵੀ ਉਹ ਤੇ ਉੱਠ ਕੇ ਆ ਗਿਆ, ਭਗਤ ਫਰੀਦ ਜੀ ਤੇ ਉੱਠ ਕੇ ਆ ਗਏ। ਆਖਿਆ ਪੁੱਤਰ ਸਾਰੀ ਗੱਲ ਦੱਸੀ, ਅੱਜ ਕੀ ਗੱਲ ਮਿੱਠਾ ਖਾਣ ਨੂੰ ਨਹੀਂ ਮਿਲਿਆ? ਕਹਿੰਦਾ ਮਾਤਾ ਜੀ ਛੱਕ ਕੇ ਆਇਆ। ਉਹ ਕਹਿੰਦੀ ਅੱਜ ਤੇ ਮੈਂ ਪੁੜੀ ਰੱਖਣਾ ਭੁੱਲ ਗਈ ਸਾਂ, ਸ਼ੱਕਰ ਦੀ ਪੁੜੀ ਰੋਜ਼। ਕਹਿੰਦਾ ਮਾਂ ਨਹੀਂ ਛੱਕ ਕੇ ਆਇਆ। ਕਿਉਂ? ਕਿਉਂਕਿ ਉਦੋਂ ਫਿਰ ਰੱਬ ਨੇ ਆ ਕੇ ਉਹਦੀ ਲਾਜ ਰੱਖੀ। ਆਪਾਂ ਗੱਲ ਇੱਥੇ ਸ਼ੁਰੂ ਕੀਤੀ ਸੀ ਵੀ ਜਿਹੜਾ ਭਗਤੀ ਕਰਦਾ ਉਹਦੇ ਕਾਰਜ ਵਾਹਿਗੁਰੂ ਆਪ ਸਵਾਰ ਦਿੰਦੇ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਦੁਨੀਆ ਤੇ ਤਿੰਨ ਤਰ੍ਹਾਂ ਦੇ ਲੋਕ ਜਿਉਂਦੇ ਨੇ, ਉਹ ਤਿੰਨੇ ਜਗ ਜਿਉਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਿੰਨੇ ਦੁਨੀਆ ਤੇ ਜਿਉਂਦੇ ਨੇ, ਭਗਤ, ਸੂਰਮਾ, ਦਾਨੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮਾ ਤੇਰੇ। ਤੁਝ ਬਿਨ ਅਵਰ ਨਾ ਜਾਣਾ, ਮੇਰੇ ਸਹਿਬਾ ਗੁਣ ਗਾਵਾ ਨਿਤ ਤੇਰੇ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪੈਜ ਰੱਖਦਾ ਆ ਜੀ, ਜੁਗੋ ਜੁਗ ਭਗਤਾਂ ਦੀ ਰੱਖਦਾ ਆ, ਜੁਗੋ ਜੁਗ ਭਗਤਾਂ ਦੀ। ਪੈਜ ਰੱਖਦਾ ਆਇਆ ਜੀ, ਜੁਗੋ ਜੁਗ ਭਗਤਾਂ ਦੀ। ਪੈਜ ਰੱਖਦਾ ਆਇਆ ਜੀ, ਜੁਗੋ ਜੁਗ ਭਗਤਾਂ ਦੀ। ਆਇਆ ਜੀ ਜੁਗੋ ਜੁਗ ਭਗਤਾਂ ਦੀ, ਪੈਜ ਰੱਖਦਾ ਆਇਆ ਜੀ ਜੁਗੋ ਜੁਗ ਭਗਤਾਂ ਦੀ। ਰੱਖਦਾ ਆਇਆ, ਰੱਖਦਾ ਆਇਆ, ਰੱਖਦਾ ਆਇਆ, ਰੱਖਦਾ ਆਇਆ। ਰੱਖਦਾ ਭਗਤ ਕਬੀਰ ਜੀ ਉਹਨਾਂ ਦੀ ਪੈਜ ਰੱਖੀ। ਕਹਿੰਦੇ ਨੇ ਦੋਨੇ ਧੀ ਪੁੱਤਰ ਦੋਨੇ ਜਵਾਨ ਹੋ ਗਏ। ਘਰ ਵਿੱਚ ਜਦੋਂ ਧੀ ਪੁੱਤਰ ਜਵਾਨ ਹੁੰਦੇ ਨਾ ਤਾਂ ਮਾਤਾ ਪਿਤਾ ਦਾ ਫਰਜ਼ ਹੁੰਦਾ ਹੈ ਉਹਨਾਂ ਦੀ ਸ਼ਾਦੀ ਕਰਨੀ, ਉਹਨਾਂ ਦੇ ਵੇਖ ਕੇ ਸੰਜੋਗ ਜਿਵੇਂ ਪ੍ਰਮਾਤਮਾ ਨੇ ਲਿਖੇ ਨੇ।
ਕਹਿੰਦੇ ਕਾਰਜ ਕਰਨਾ ਇਹ ਹਰ ਇੱਕ ਮਾਤਾ ਪਿਤਾ ਦਾ ਪਰਮ ਧਰਮ ਹੈ, ਜ਼ਿੰਦਗੀ ਦਾ ਮੇਨ ਕੰਮ ਹੈ। ਭਗਤ ਫਰੀਦ ਜੀ ਦੇ ਧੀ ਪੁੱਤਰ ਹੋਏ ਕਮਾਲਾ ਤੇ ਕਮਾਲੀ ਜੀ। ਜਦੋਂ ਨੌਜਵਾਨ ਹੋਏ ਨਾ ਤਾਂ ਭਗਤ ਕਬੀਰ ਜੀ ਕਹਿੰਦੇ ਮਾਤਾ ਲੋਈ ਜੀ ਸਨ ਘਰੋਂ। ਭਗਤ ਕਬੀਰ ਜੀ ਦੇ ਘਰ ਵਾਲੀ ਦਾ ਨਾਂ ਸੀ ਮਾਤਾ ਲੋਈ। ਉਹ ਵੀ ਬੜੇ ਭਗਤੀ ਭਾਵ ਵਾਲੇ ਸਨ। ਉਹ ਕਹਿਣ ਲੱਗੇ ਨਾ ਵੀ ਘਰ ਵਿੱਚ ਵਿਆਹ ਹੈ, ਵੀ ਵਿਆਹ ਤੇ ਹੁਣ ਆਪਾਂ ਰੱਖ ਲਿਆ, ਪੁੱਤਰ ਦਾ ਵੀ ਰੱਖ ਲਿਆ, ਧੀ ਦਾ ਵੀ ਰੱਖ ਲਿਆ ਵਿਆਹ, ਪਰ ਇਹਦੇ ਵਾਸਤੇ ਖਰਚਾ ਬੜਾ ਹੋ ਜਾਣਾ, ਖਰਚਾ ਨਹੀਂ ਹੈ। ਉਹ ਕਹਿੰਦੇ ਇਦਾਂ ਕਰੋ, ਉਹਨਾਂ ਦਾ ਕੰਮ ਸੀ ਕਿਉਂਕਿ ਜਲਾਹਿਆਂ ਦੀ ਬਰਾਦਰੀ ਵਿੱਚੋਂ ਹੋਏ, ਇਹ ਪਹਿਲਾਂ ਕੰਮ ਵੰਡੇ ਹੋਏ ਸਨ ਸਾਰਿਆਂ ਦੇ। ਇਹਨਾਂ ਨੂੰ ਕੰਮ ਕਿਹੜਾ ਦਿੱਤਾ ਹੋਇਆ ਸੀ? ਖੱਦਰ ਬੁਣਨਾ, ਖੱਡੀ ਲਾਈ ਹੁੰਦੀ ਉਹਨਾਂ ਦੀ, ਖੱਦਰ ਬੁਣਿਆ ਹੋਇਆ। ਕਹਿੰਦੇ ਆਹ ਵੇਚਿਆ, ਉਹ ਚਲੋ ਖਰਚਾ ਘੱਟ ਕਰ ਲਵਾਂਗੇ, ਹੋਰ ਕੀ ਹੈ। ਸਿਆਣੇ ਮਾਤਾ ਪਿਤਾ ਹੁੰਦੇ ਨੇ, ਜਿਹੜਾ ਥਾਂ ਹੈ ਨਾ ਉਹ ਥਾਂ ਵੇਖ ਕੇ ਪੈਰ ਪਸਾਰਦੇ ਨੇ। ਅੱਜ ਕੱਲ ਮਾਫ ਕਰਨਾ, ਇਹ ਗੱਲ ਆਪਾਂ ਕਹਿ ਰਹੇ ਹਾਂ ਵੀ ਆਪਾਂ ਵੇਖਦੇ ਹਾਂ ਵੀ ਕੋਈ ਆਤਮ ਹੱਤਿਆ ਕਰ ਲੈਂਦਾ, ਕੋਈ ਕੁਛ ਕਰ ਲੈਂਦਾ, ਕਰਜ਼ਾ ਬਹੁਤ ਸਿਰ ਤੇ ਚੜ ਜਾਂਦਾ। ਕਿਉਂ ਚੜਦਾ? ਕਿਉਂਕਿ ਅਸੀਂ ਵੇਖ ਕੇ ਪੈਰ ਨਹੀਂ ਪਸਾਰਦੇ। ਘਰ ਬਣਾਉਣੇ ਆ ਜਾਂ ਕਾਰਜ ਕਰਦੇ ਆ ਘਰ ਦੇ ਵਿੱਚ, ਤਾਂ ਇਹ ਬਚਨ ਗੁਰੂ ਸਾਹਿਬ ਜੀ ਨੇ ਵੀ ਆਖੇ 52 ਹੁਕਮ ਪੜੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 52 ਹੁਕਮ ਨੇ ਨੰਦੇੜ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੇ। ਉਹਦੇ ਵਿੱਚ ਲਿਖਿਆ ਹੈ, ਕਹਿੰਦੇ ਮੇਰਾ ਸਿੱਖ ਕਦੇ ਵੀ ਕਰਜ਼ਾ ਨਾ ਲਵੇ। ਆਤਮ ਹੱਤਿਆ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ ਕਰਜ਼ਾ। ਤੇ ਕਹਿੰਦੇ ਥਾਂ ਵੇਖ ਕੇ ਫੇਰ ਪੈਰ ਪਸਾਰੋ। ਖਰਚਾ ਜਿਹੜਾ ਹੈ ਨਾ, ਜੇ ਆਪਣੇ ਕੋਲ ਹੈ ਤਾਂ ਕਰ ਦਈਏ, ਨਹੀਂ ਹੈ ਤਾਂ ਉਹਨਾਂ ਕੁ ਕਰੀਏ ਜਿੰਨਾ ਕੁ ਹੈ। ਹੁਣ ਭਗਤ ਕਬੀਰ ਜੀ ਵੀ ਇਹੀ ਕਹਿ ਰਹੇ ਨੇ, ਕਹਿੰਦੇ ਚਲੋ ਕੋਈ ਨਹੀਂ, ਘੱਟ ਖਰਚਾ ਕਰ ਲਵਾਂਗੇ, ਖੱਦਰ ਵੇਚ ਲੈਂਦੇ ਆ। ਖੱਦਰ ਵੇਚਣ ਚਲੇ ਗਏ। ਹੁਣ ਉਧਰੋਂ ਪ੍ਰਮਾਤਮਾ ਨੇ ਕਹਿੰਦੇ ਪਰਚਾ ਪਾ ਦਿੱਤਾ। ਐਸਾ ਪਰਚਾ ਪਾਇਆ, ਭਗਤਾਂ ਦੀ ਪਰਖ ਕਰਦਾ ਆਇਆ। ਵਾਹਿਗੁਰੂ ਪਰਖ ਕੇ ਵੇਖਦਾ ਤੇ ਕਹਿੰਦੇ ਨੇ ਹੁਣ ਪਰਖਿਆ, ਇਹਦੇ ਵਿੱਚ ਦਇਆ ਹੈ। ਜਿਹੜਾ ਸੇਵਕ ਹੋਵੇਗਾ, ਸ਼ਰਧਾਲੂ ਹੋਵੇਗਾ, ਗੁਰਸਿੱਖ ਹੋਵੇਗਾ, ਸਭ ਤੋਂ ਪਹਿਲਾਂ ਉਹਦੇ ਅੰਦਰ ਦਇਆ ਹੋਵੇਗੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕੀਤਾ ਤੇ ਸਭ ਤੋਂ ਪਹਿਲਾਂ ਦਇਆ ਸਿੰਘ ਉੱਠੇ ਸਨ। ਗੁਰੂ ਸਾਹਿਬ ਜੀ ਖੁਸ਼ ਹੋ ਗਏ। ਸਤਿਗੁਰੂ ਜੀ ਕਹਿੰਦੇ ਓਏ ਸਭ ਤੋਂ ਪਹਿਲਾਂ ਦਇਆ ਆ ਗਈ ਸਾਡੇ ਧਰਮ ਦੇ ਵਿੱਚ, ਮੇਰੇ ਸਿੱਖ ਵਿੱਚ ਸਭ ਤੋਂ ਪਹਿਲਾਂ ਦਇਆ ਹੋਵੇਗੀ। ਅੱਜ ਵੇਖੋ ਭਾਵੇਂ ਕਿਸਾਨ ਮੋਰਚੇ ਤੇ ਬੈਠੇ ਨੇ ਦਿੱਲੀ ਵਿੱਚ, ਕਿੰਨੀ ਤਾਦਾਦ ਦੇ ਵਿੱਚ ਨੇ, ਲੱਖਾਂ ਦੇ ਵਿੱਚ ਨੇ, ਪਰ ਕਿਸੇ ਦਾ ਨੁਕਸਾਨ ਕਰਿਆ ਨਹੀਂ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਦਇਆ ਸਿਖਾਈ ਹੈ। ਸਾਡੇ ਵਿੱਚ ਸਭ ਤੋਂ ਪਹਿਲਾਂ ਦਇਆ ਹੈ। ਧਰਮ ਦੇ ਨਾਲ ਨਹੀਂ, ਮਜ਼ਹਬ ਦੇ ਨਾਲ ਨਹੀਂ, ਸਾਡਾ ਵੈਰ ਕਿਹਦੇ ਨਾਲ ਹੈ? ਜ਼ੁਲਮ ਦੇ ਨਾਲ ਹੈ। ਗੁਰੂ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਸੰਚਾਰ ਕੀਤਾ ਸੀ ਤਾਂ ਉਦੋਂ ਇਹ ਬਚਨ ਕਿਹਾ ਸੀ, ਉਹ ਸਾਡੇ ਧਰਮ ਵਿੱਚ ਪਹਿਲਾਂ ਸਭ ਤੋਂ ਦਇਆ ਹੋਵੇਗੀ। ਦਇਆ ਬਿਨਾਂ ਸਿੱਧ ਕਸਾਈ, ਕਹਿੰਦੇ ਦਇਆ ਤੋਂ ਬਿਨਾਂ ਸਿੱਧ ਪੁਰਸ਼ ਵੀ ਕਸਾਈ ਹੈ। ਦਇਆ ਆ ਗਈ, ਕਹਿੰਦੇ ਨੇ ਵੇਖਦੇ ਇਹਨਾਂ ਵਿੱਚ ਦਇਆ ਹੈ। ਭਗਤ ਕਬੀਰ ਜੀ ਤੁਰੇ ਜਾ ਰਹੇ ਨੇ, ਖੱਦਰ ਲੈ ਲਓ, ਖੱਦਰ ਲੈ ਲਓ, ਇਦਾਂ ਹੋਕਾ ਦਿੰਦੇ ਜਾ ਰਹੇ ਨੇ ਗਲੀ ਦੇ ਵਿੱਚ। ਅੱਜ ਕੱਲ ਦਾ ਟਾਈਮ ਸੀ ਠੰਡ ਦਾ। ਹੁਣ ਵੇਖੋ ਕੱਪੜੇ ਤੋਂ ਬਗੈਰ ਸਵੇਰੇ ਬਾਹਰ ਨਹੀਂ ਨਿਕਲਿਆ ਜਾਂਦਾ। ਆ 1-2 ਦਿਨਾਂ ਦੀ ਠੀਕ ਹੈ ਠੰਡ, ਪਹਿਲਾਂ ਵੇਖੋ ਕਿੰਨੀ ਠੰਡ ਸੀ। ਕਹਿੰਦੇ ਠੰਡ ਬਹੁਤ ਹੈ, ਕੱਪੜਾ ਉੱਪਰ ਨਹੀਂ ਹੈ। ਬਾਹਰ ਕਹਿੰਦੇ ਇੱਕ ਬੰਦਾ ਖੜਾ ਹੈ, ਠਰੂ ਠਰੂ ਕਰ ਰਿਹਾ ਹੈ, ਕੰਮੀ ਜਾਂਦਾ ਹੈ। ਕੌਣ ਹੈ ਉਹ? ਪਰਮਾਤਮਾ ਹੈ।
ਵਾਹਿਗੁਰੂ ਨੇ ਕਹਿੰਦੇ ਰੂਪ ਧਾਰਨ ਲਿਆ। ਦੇਖਦੇ ਆ ਸਾਡੇ ਭਗਤ ਵਿੱਚ ਦਇਆ ਹੈ। ਕਹਿੰਦੇ ਠਰੂ ਠਰੂ ਕਰ ਰਿਹਾ ਹੈ, ਦੰਦ ਕੱਢ ਰਹੇ ਨੇ ਠੰਡ ਦੇ ਨਾਲ। ਭਗਤ ਕਬੀਰ ਜੀ ਜਦੋਂ ਕੋਲ ਆਏ ਨਾ, ਕੋਲ ਆ ਕੇ ਹੋਕਾ ਦਿੱਤਾ, ਉਹਦੇ ਵੱਲ ਧਿਆਨ ਚਲਾ ਗਿਆ। ਉਹ ਕਹਿੰਦੇ ਉਹ ਤੇਰੇ ਕੋਲ ਕੱਪੜਾ ਨਹੀਂ ਹੈ, ਇਦਾਂ ਬਿਨਾਂ ਕੱਪੜਿਆਂ ਤੋਂ ਖੜਾ ਹੈ? ਕਹਿੰਦਾ ਨਹੀਂ ਜੀ ਮੇਰੇ ਕੋਲ ਕੱਪੜਾ ਨਹੀਂ, ਗਰੀਬ ਆ। ਲੈ ਦੱਸ ਫਿਰ ਕਿੰਨਾ ਕੱਪੜਾ ਲੱਗੇਗਾ ਤੇਰੇ ਤੇ? ਖੱਦਰ ਸੀ। ਆ ਲੈ ਇਹਦੇ ਨਾਲ ਆਪਣਾ ਤਨ ਢੱਕ ਲੈ। ਕਹਿੰਦਾ ਇੰਨਾ ਤੇੜ ਵਿੱਚ ਪਏਗਾ, ਇੰਨਾ ਮੈਂ ਸਿਰ ਤੇ ਬੰਨਾਂਗਾ, ਇੰਨਾ ਮੈਂ ਉੱਪਰ ਲਵਾਂਗਾ, ਸਾਰਾ ਦੱਸ ਦਿੱਤਾ। ਕਹਿੰਦਾ 20 ਗਜ ਚਾਹੀਦਾ। ਹੁਣ ਜਦੋਂ ਮਿਲਿਆ ਤੇ ਉਹ ਥਾਨ 20 ਗਜ ਸਾਰੇ ਦਾ ਸਾਰਾ ਦਾਨ ਕਰ ਦਿੱਤਾ। ਉਧਰੋਂ ਕਮਾਲਾ ਜੀ ਗਏ ਹੋਏ ਸਨ ਉਹਦੇ ਪੁੱਤਰ ਭਗਤ ਕਬੀਰ ਜੀ ਦੇ ਵੇਚਣ ਵਾਸਤੇ। ਉਧਰ ਵੀ ਉਹੀ ਪ੍ਰਮਾਤਮਾ ਨੇ ਖੇਡ ਰਚਾਈ। ਉਧਰ ਵੀ ਕਹਿੰਦੇ ਗਰੀਬ ਬਣ ਕੇ ਖੱਦਰ ਲੈ ਗਿਆ। ਜਦੋਂ ਆਏ ਵਾਪਸ ਆ ਕੇ ਨਾ ਆਪਣੇ ਪੁੱਤਰ ਨੂੰ ਪੁੱਛਦੇ, ਪੁੱਤਰ ਕੀ ਖੱਟ ਕੇ ਲੈ ਕੇ ਆਇਆ? ਕਹਿੰਦਾ ਜੀ ਰਾਹ ਵਿੱਚ ਗਰੀਬ ਮਿਲ ਗਿਆ ਸੀ ਬੰਦਾ, ਉਹਨੂੰ ਦੇ ਆਇਆ। ਮੈਨੂੰ ਇਦਾਂ ਸੀ ਵੀ ਤੁਸੀਂ ਗੁੱਸੇ ਨਾ ਕਿਤੇ ਹੋ ਜਾਵੋ, ਤਾਂ ਕਰਕੇ ਮੈਂ ਸਾਰਾ ਖੱਦਰ ਉਹਨੂੰ ਦੇ ਆਇਆ। ਮੈਂ ਸੋਚਿਆ ਵੀ ਤੁਸੀਂ ਜੋ ਲੈ ਕੇ ਆਓਗੇ ਚਲੋ ਉਹਦੇ ਨਾਲ ਖਰਚਾ ਕਰ ਲਵਾਂਗੇ। ਭਗਤ ਕਬੀਰ ਜੀ ਕਹਿੰਦੇ ਫਿਰ ਉਹ ਮੇਰੇ ਰਾਹ ਵਿੱਚ ਵੀ ਆਇਆ ਸੀ। ਉਹ ਗਰੀਬ ਨਹੀਂ ਸੀ, ਉਹ ਤਾਂ ਦਾਤਾਂ ਦੇਣ ਵਾਲਾ ਸੀ, ਉਹ ਤਾਂ ਰੱਬ ਸੀ। ਆਪਾਂ ਪਛਾਣ ਨਹੀਂ ਸਕੇ। ਉਹ ਗਰੀਬ ਨਹੀਂ ਸੀ, ਉਹ ਤਾਂ ਦਾਤਾਰ ਸੀ। ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ। ਉਹ ਤਾਂ ਦਾਤਾਰ ਸੀ। ਜਿਵੇਂ ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ ਸਨ ਨਾ, ਭਗਤ ਨਾਮਦੇਵ ਜੀ ਪ੍ਰਸ਼ਾਦੇ ਪਕਾ ਰਹੇ ਨੇ। ਪ੍ਰਸ਼ਾਦੇ ਪਕਾਉਂਦਿਆਂ ਨਾ ਜਦੋਂ ਤਵੇ ਦੇ ਵੱਲ ਧਿਆਨ ਗਿਆ, ਜਦੋਂ ਪ੍ਰਸ਼ਾਦਾ ਪਾਉਣਿਆ ਨਾ ਤਵੇ ਵੱਲ ਧਿਆਨ ਚਲਾ ਜਾਂਦਾ। ਉਹ ਜਦੋਂ ਰੋਟੀ ਵੇਲ ਕੇ ਪ੍ਰਸ਼ਾਦਾ ਵੇਲ ਕੇ ਜਦੋਂ ਤਵੇ ਤੇ ਪਾਉਣ ਲੱਗੇ ਨਾ, ਤਵੇ ਵੱਲ ਧਿਆਨ ਚਲਾ ਗਿਆ ਤੇ ਛਾਬਾ ਪਿਆ ਸੀ ਇਧਰਲੇ ਪਾਸੇ, ਦੂਸਰੇ ਪਾਸੇ ਪ੍ਰਸ਼ਾਦਿਆਂ ਦਾ। ਉਹ ਛਾਬੇ ਦੇ ਵਿੱਚੋਂ ਨਾ ਕੁੱਤਾ ਰੋਟੀ ਚੁੱਕ ਕੇ ਭੱਜ ਲਿਆ। ਭੱਜੇ ਜਾਂਦੇ ਕੁੱਤੇ ਨੂੰ ਪਛਾਣ ਲਿਆ। ਵੇਖੋ ਕੁੱਤੇ ਦੇ ਰੂਪ ਦੇ ਵਿੱਚ ਪ੍ਰਮਾਤਮਾ ਦਰਸ਼ਨ ਦੇਣ ਆਇਆ ਸੀ। ਕੁੱਤੇ ਦੇ ਰੂਪ ਵਿੱਚ ਭੱਜੇ ਜਾਂਦੇ ਨੂੰ ਕੁੱਤੇ ਨੂੰ ਪਛਾਣ ਲਿਆ। ਭਗਤ ਨਾਮਦੇਵ ਜੀ ਨਾ ਕੁੱਜੇ ਵਿੱਚ ਮੱਖਣ ਸੀ, ਘਿਓ ਸੀ। ਕਹਿੰਦੇ ਉਹ ਕੁੱਜਾ ਲੈ ਕੇ ਪਿੱਛੇ ਭੱਜ ਲਏ। ਕਹਿਣ ਲੱਗੇ ਬੀਠਲ ਕਹਿੰਦੇ ਸਨ ਉਸ ਵਕਤ ਪ੍ਰਮਾਤਮਾ ਨੂੰ, ਇਹ ਬੀਠਲ ਜੀ ਰੁੱਖਾ ਨਾ ਛਕਿਓ, ਚੋਪੜ ਕੇ ਛਕ ਲਿਓ। ਪਛਾਣ ਲਿਆ। ਇਸੇ ਤਰ੍ਹਾਂ ਅੱਜ ਭਗਤ ਕਬੀਰ ਜੀ ਨੇ ਪਛਾਣ ਨਹੀਂ ਸਕੇ। ਰੱਬ ਦਾ ਕੋਈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਵੇ। ਭਗਤ ਨਾਮਦੇਵ ਜੀ ਨੇ ਪਛਾਣ ਲਿਆ ਸੀ। ਕੀ ਆਖਿਆ? ਉਹ ਤੇਰੀ ਚਾਲ ਕੁਕਰਾ ਵਾਲੀ ਲੱਗਦਾ ਅੰਤਰ ਜਾਮੀ ਹੈ। 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 ਚਾਲ ਠੋਕਰਾਂ ਵਾਲੀ ਲੱਗਦਾ ਅੰਤਰ ਜਾਮੀ ਹੈ। ਤੇਰੀ ਚਾਲ ਠੋਕਰਾਂ ਵਾਲੀ ਲੱਗਦਾ ਅੰਤਰ ਜਾਮੀ ਹੈ। ਅੰਤਰ ਜਾਮੀ ਹੈ, ਲੱਗਦਾ ਅੰਤਰ ਜਾਮੀ ਹੈ। ਓਏ ਅੰਤਰ ਜਾਮੀ ਹੈ, ਲੱਗਦਾ ਅੰਤਰ ਜਾਮੀ ਹੈ। ਅੰਤਰ ਜਾਮੀ ਹੈ,
ਤਰ੍ਹਾਂ ਭਗਤ ਕਬੀਰ ਜੀ ਦੇ ਕਾਰਜ ਰਾਸ ਕੀਤੇ ਗੁਰਮੁਖ ਪਿਆਰਿਓ। ਭਗਤ ਕਬੀਰ ਜੀ ਦੇ ਘਰ ਵਿੱਚ ਕੁਝ ਵੀ ਨਹੀਂ ਸੀ ਵਿਆਹ ਵਾਸਤੇ, ਪਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ, ਕਹਿੰਦੇ ਨੇ ਆਪ ਹੀ ਗੱਡੇ ਭਰ ਕੇ ਉਹਦੇ ਘਰ ਛੱਡ ਗਿਆ, ਘਰ ਭਰ ਦਿੱਤੇ। ਜਿਹੜਾ ਪ੍ਰਮਾਤਮਾ ਦਾ ਆਸਰਾ ਤੱਕ ਲੈਂਦਾ ਗੁਰਮੁਖ ਪਿਆਰਿਓ, ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ। ਜਿਵੇਂ ਇਹ ਪਰਿਵਾਰ ਨੇ ਸਤਿਗੁਰਾਂ ਦਾ ਆਸਰਾ ਤੱਕਿਆ, ਸਤਿਗੁਰੂ ਜੀ ਜ਼ਰੂਰ ਕਾਰਜ ਰਾਸ ਕਰਨਗੇ। ਆਪਾਂ ਹੀ ਅਰਦਾਸ ਬੇਨਤੀ ਕਰਨ ਵਾਸਤੇ ਪਹੁੰਚੇ ਆ। ਆਹੋ ਆਹੀ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। 1-2 ਮਿੰਟਾਂ ਵਿੱਚ ਹੀ ਅਰਦਾਸ ਬੇਨਤੀ ਸ਼ੁਰੂ ਹੈ। ਸਾਰੀਆਂ ਸੰਗਤਾਂ ਅਰਦਾਸ ਸ਼ਾਮਲ ਹੋਵੋ, ਹਾਜ਼ਰੀਆਂ ਲਵਾਓ, ਜੀਵਨ ਸਫਲਾ ਕਰੋ ਜੀ। ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ, ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ। ਸਤਿਗੁਰੂ ਨੰਦ ਕਰੇ, ਸਤਿਗੁਰੂ ਨੰਦ ਕਰੇ, ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ। ਤੇਰੀ ਮੇਰੇ ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ। ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ। ਜੇ ਸਤਿਗੁਰੂ ਨੰਦ ਕਰੇ, ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ। ਸਤਿਗੁਰ ਨਾ ਤੇਰੀ ਮੇਰੇ ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ। ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ ਬਾਦਸ਼ਾਹੀਆਂ, ਲੱਖ ਖੁਸ਼ੀਆਂ ਬਾਦਸ਼ਾਹੀਆਂ। ਮੇਰਾ ਸਤਿਗੁਰ ਆਪ ਖਲੋਇਆ, ਸਤਿਗੁਰ ਆਪ ਖਲੋਇਆ, ਸਤਿਗੁਰ ਆਪ ਖਲੋਇਆ, ਸਤਿਗੁਰ ਆਪ ਖਲੋਇਆ। ਸਤਿਗੁਰ ਆਪ ਖਲੋਇਆ, ਸਤਿਗੁਰ ਆਪ ਖਲੋਇਆ। ਸੇਵਕ ਦੇ ਕਾਰਜ, ਸੇਵਕਾਂ ਦੇ ਕਾਰਜ ਤੇ ਆਪ ਖਲੋ ਸੇਵਕਾਂ ਦੇ ਕਾਰਜਾਂ, ਸੇਵਕਾਂ ਦੇ ਕਾਰਜਾਂ। ਸਤਿਗੁਰ ਆਪ ਖਲੋਇਆ, ਸੇਵਕਾਂ ਦੇ ਕਾਰਜਾਂ ਤੇ, ਸੇਵਕਾਂ ਦੇ ਕਾਰਜਾਂ ਤੇ। ਮੇਰਾ ਸਤਿਗੁਰ ਆਪ ਖਲੋਇਆ, ਸੇਵਕਾਂ ਦੇ ਕਾਰਜਾਂ ਤੇ, ਸੇਵਕਾਂ ਦੇ ਕਾਰਜਾਂ ਤੇ। ਆਪ ਖਲੋ ਸੇਵਕਾਂ ਦੇ ਕਾਰਜਾਂ ਤੇ, ਸੇਵਕਾਂ ਦੇ ਕਾਰਜਾਂ ਤੇ। ਸਤਿਗੁਰ ਆਪ ਖਲੋਇਆ, ਸੇਵਕਾਂ ਦੇ ਕਾਰਜਾਂ ਤੇ, ਸੇਵਕਾਂ ਦੇ ਕਾਰਜਾਂ ਤੇ। ਸਤਿਕਾਰਯੋਗ ਧੰਨਵਾਦ ਪਰਿਵਾਰ ਵੱਲੋਂ ਜੋ ਕਿ ਸਰਦਾਰ ਵਧਾਵਾ ਸਿੰਘ ਜੀ ਔਰ ਬੀਬੀ ਅਮਨਜੋਤ ਕੌਰ, ਉਹਨਾਂ ਦੇ ਵਿਆਹ ਖੁਸ਼ੀ ਨੂੰ ਮੁੱਖ ਰੱਖਦੇ ਆ ਵਧਾਵਾ ਸਿੰਘ ਜੀ ਵੱਲੋਂ ਸਾਰੇ ਪਰਿਵਾਰ ਵੱਲੋਂ ਰਲ ਮਿਲ ਕੇ ਖੁਸ਼ੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ। ਪਰਸੋਂ ਰੋਜ਼ਾ ਤੋਂ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ। ਇਸ ਪਰਿਵਾਰ ਤੇ ਗ੍ਰੰਥੀ ਸਿੰਘਾਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ, ਪਰਸੋਂ ਰੋਜ਼ਾਂ ਤੋਂ ਲੈ ਕੇ ਕਰ ਰਹੇ ਨੇ। ਬੇਨਤੀ ਹੈ ਕਿ ਜਿਹੜੀ ਵੀ ਸੰਗਤ ਆਈ ਹੈ, ਆਪਾਂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਕਰਾਉਣੇ ਆ। ਇਹ ਗੱਲ ਦਾ ਜ਼ਰੂਰ ਖਿਆਲ ਰੱਖਿਆ ਕਰੋ ਗੁਰਮੁਖੋ, ਜ਼ਰੂਰੀ ਬੇਨਤੀ ਹੈ ਸੰਗਤ ਨੂੰ ਕਿ ਘਰ ਵਿੱਚ ਜਦੋਂ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਕਰਾਉਣਾ, ਗੁਰੂ ਦੇ ਚਰਨ ਪਵਾਉਣੇ ਨੇ, ਤਾਂ ਗ੍ਰੰਥੀ ਸਿੰਘ ਦੀ ਸੇਵਾ ਮੇਨ ਹੈ। ਗ੍ਰੰਥੀ ਸਿੰਘਾਂ ਦੀ ਸੇਵਾ ਜਿਹੜੀ ਹੈ ਨਾ, ਇਹਦੇ ਨਾਲ ਬਹੁਤ ਵੱਡਾ
ਫਲ ਪ੍ਰਾਪਤ ਹੁੰਦਾ ਹੈ। ਅਸਮੇਧ ਜਗ ਕਹਿ ਲਈਏ ਨਾ, ਕਈ ਗ੍ਰੰਥਾਂ ਵਿੱਚ ਅਸਮੇਧ ਜਗ ਦੇ ਬਰਾਬਰ ਲਿਖਿਆ। ਇਸ ਕਰਕੇ ਇਹ ਜ਼ਰੂਰ ਖਿਆਲ ਰੱਖਿਆ ਕਰੋ ਵੀ ਗ੍ਰੰਥੀ ਸਿੰਘਾਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਕਈ ਥਾਵਾਂ ਤੇ ਵੇਖਦੇ ਆ ਕਿ ਗ੍ਰੰਥੀ ਸਿੰਘਾਂ ਦੇ ਕਹਿੰਦੇ ਜਿੱਥੇ ਕੋਤਰੀਆਂ ਚੱਲਦੀਆਂ ਨੇ, ਵੇਖਦੇ ਆ ਕਿ ਉਹਨਾਂ ਦੇ ਜਿਹੜੇ ਵਸਤਰ ਨੇ ਉਹ ਵੀ ਧੋਤੇ ਜਾਂਦੇ ਆ। ਕਈ ਪਰਿਵਾਰ ਦੇ ਐਸੇ ਨੇ ਜਿਹੜੇ ਸ਼ਰਧਾ ਨਾਲ, ਵਿਸ਼ਵਾਸ ਨਾਲ, ਯਕੀਨ ਨਾਲ ਗੁਰੂ ਸਾਹਿਬ ਜੀ ਦਾ ਸਰੂਪ ਜਾਣ ਕੇ ਹੀ ਗ੍ਰੰਥੀ ਸਿੰਘਾਂ ਦੀ ਸੇਵਾ ਕਰਦੇ ਨੇ। ਇਸ ਕਰਕੇ ਗ੍ਰੰਥੀ ਸਿੰਘ ਦਾ ਸਤਿਕਾਰ ਗੁਰੂ ਦਾ ਸਤਿਕਾਰ ਹੈ। ਆਓ ਧੰਨਵਾਦ। ਪਰਸੋਂ ਰੋਜ਼ ਤੋਂ ਲੈ ਕੇ ਪਰਿਵਾਰ ਨੇ ਗ੍ਰੰਥੀ ਸਿੰਘਾਂ ਦੀ ਸੇਵਾ ਕੀਤੀ ਹੈ, ਲਾਹੇ ਪ੍ਰਾਪਤ ਕੀਤੇ ਨੇ, ਬਾਣੀ ਸਰਵਣ ਕੀਤੀ ਹੈ। ਗ੍ਰੰਥੀ ਸਿੰਘਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਬਹੁਤ ਹੀ ਮਿੱਠੀ ਸੁਰ ਦੇ ਨਾਲ, ਮਿਠਾਸ ਦੇ ਨਾਲ ਗੁਰਬਾਣੀ ਸਰਵਣ ਕਰਾਈ ਹੈ ਸੰਗਤ ਨੂੰ। ਗ੍ਰੰਥੀ ਸਿੰਘਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਧ ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਪ੍ਰੇਰ ਕੇ ਆਪ ਜੀ ਦੇ ਚਰਨਾਂ ਵਿੱਚ ਸਾਨੂੰ ਜੋੜਿਆ, ਬਿਠਾਇਆ। ਆਓ ਆਪਾਂ ਧੰਨਵਾਦ ਕਰੀਏ। ਇਹ ਪਰਿਵਾਰ ਦੇ ਨਿਮਿਤ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰਿਓ। ਜਿਹੜੀਆਂ ਮਨੋਂ ਭਾਵਨਾਵਾਂ ਕਰਕੇ ਪਰਿਵਾਰ ਨੇ ਓਟ ਆਸਰਾ ਲਿਆ ਹੈ, ਮਨ ਦੀਆਂ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਨ। ਆਓ ਅਨਸਬ ਜੀ ਬੋਲ ਕੇ ਜੀ ਪਰਸਨਾ ਪਵਿੱਤਰ ਕਰੋ, ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਤਿਗੁਰੂ ਮਹਾਰਾਜ ਸਮਤ ਬਖਸ਼ਿਸ਼ ਕਰਨ। ਸੋ ਪਿੰਡ ਦੀ, ਇੱਥੇ ਸ਼ਹਿਰ ਦੀ ਸੰਗਤ ਨੂੰ, ਇਲਾਕੇ ਦੀ ਸੰਗਤ ਨੂੰ ਪਤਾ ਹੀ ਹੈ ਜਥੇ ਬਾਰੇ। ਜੋ ਬਾਹਰੋਂ ਸੰਗਤ ਆਈ ਹੈ, ਬੇਨਤੀ ਹੈ ਕਿ ਜਿਨ੍ਹਾਂ ਨੂੰ ਜਥੇ ਦਾ ਐਡਰੈਸ ਕਾਰਡ ਚਾਹੀਦੇ ਆ ਉਹ ਬਾਅਦ ਵਿੱਚ ਲੈ ਸਕਦੇ ਹੋ। ਪਹਿਲਾਂ ਅਰਦਾਸ ਬੇਨਤੀ ਹੋਵੇਗੀ, ਸਾਰੀਆਂ ਸੰਗਤਾਂ ਅਰਦਾਸ ਵਿੱਚ ਜੁੜੋ। ਕੋਈ ਵੀ ਸਮਾਗਮ ਵਾਸਤੇ ਬਾਅਦ ਵਿੱਚ ਕਾਰਡ ਲੈ ਸਕਦੇ ਹੋ। ਵਾਹਿਗੁਰੂ ਸਾਹਿਬ ਜੀ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ ਮੁਖੋ ਜਲ ਸਦਾ ਸੁਖੀ, ਨਾਨਕ ਸਿਮਰਤ ਏਕ ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ, ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ।
ਜੀਓ ਪਿੰਡ ਸਾਹਿਬ ਤੁਮ